ਮਾਲਵਾ ਬੈਡ ਲਾਈਫ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਸਾਰੇ ਹੀ ਛੋਟੇ ਵੱਡੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਅੱਜ ਦੀ ਵੀਡੀਓ ਵਿੱਚ ਆਪਾਂ ਉਹ ਕਿਤਾਬਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਜ਼ਰੀਏ ਤੁਸੀਂ ਪੰਜਾਬ ਦੇ ਕਿਸੇ ਵੀ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਤੇ ਤੁਹਾਨੂੰ ਇਹ ਬੁੱਕਸ ਜਿਹੜੀਆਂ ਹੈਗੀਆਂ ਇੱਕ ਪੁਆਇੰਟ ਤੇ ਆ ਕੇ ਖਰੀਦਣੀਆਂ ਹੀ ਪੈਣੀਆਂ ਹੈ। ਚਾਹੇ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਦੀ ਤਿਆਰੀ ਕਰ ਰਹੇ ਹੋ, ਸਬ ਇੰਸਪੈਕਟਰ ਦੀ ਤਿਆਰੀ ਕਰ ਰਹੇ ਹੋ ਜਾਂ PSSB ਦੇ ਵੀਡੀਓ ਐਗਰੀਕਲਚਰ ਡਿਪਾਰਟਮੈਂਟ ਆਫਿਸਰ ਜਾਂ ਫਿਰ ਕਹਿੰਦਾ ਆਪਾਂ ਪਟਵਾਰੀ ਐਕਸਾਈਜ਼ ਇੰਸਪੈਕਟਰ ਤੇ ਹੋਰ ਵੀ ਕਈ ਪੋਸਟਾਂ ਜਿਹੜੀਆਂ ਤੁਸੀਂ ਰੋਜ਼ ਵੇਖਦੇ ਹੋ ਆਪਣੇ ਨੋਟੀਫਿਕੇਸ਼ਨ ਦੇ ਵਿੱਚ ਵੀ ਜਿਨ੍ਹਾਂ ਦੇ ਐਗਜ਼ਾਮ ਆਉਂਦੇ ਆ। ਸੋ ਅੱਜ ਦੀ ਵੀਡੀਓ ਵਿੱਚ ਮੈਂ ਸਾਰੀਆਂ ਬੁੱਕਸ ਕਵਰ ਕੀਤੀਆਂ। ਚਾਹੇ ਤੁਸੀਂ ਕਿਸੇ ਕੋਚਿੰਗ ਸੈਂਟਰ ਤੇ ਲੱਗ ਕੇ ਕੋਚਿੰਗ ਕਰ ਰਹੇ ਹੋ ਬਟ ਤੁਹਾਨੂੰ ਇੱਕ ਪੁਆਇੰਟ ਤੇ ਆ ਕੇ ਇਹ ਬੁੱਕਸ ਖਰੀਦਣੀਆਂ ਪੈਣੀਆਂ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਦੋਸਤੋ, UPSC PCS PPSC ਜਾਂ ਜੋ ਵੀ ਹੋਰ ਐਗਜ਼ਾਮ ਹੁੰਦੇ ਨੇ ਜਾਂ SSC ਦੇ ਐਗਜ਼ਾਮ ਹੁੰਦੇ ਨੇ ਉਹਨਾਂ ਲਈ ਹਰੇਕ ਕੋਈ ਜਿਹੜਾ ਇੰਸਟੀਟਿਊਟ ਹੈ ਉਹ ਆਪਣੇ ਨੋਟਸ ਤਾਂ ਚਲੋ ਦਿੰਦਾ ਹੀ ਦਿੰਦਾ ਬਟ ਬੁੱਕ ਦੀ ਰੈਫਰੈਂਸ ਜ਼ਰੂਰ ਬੱਚੇ ਨਾਲ ਲੈਂਦੇ ਆ। ਕਾਰਨ ਕੀ ਹੈ, ਉੱਥੇ ਪ੍ਰੈਕਟਿਸ ਵੀ ਹੋ ਜਾਂਦੀ ਹੈ ਤੇ ਨਾਲ ਹੀ ਨਾਲ ਡੈਪਥ ਦੇ ਵਿੱਚ ਉਹਨਾਂ ਨੂੰ ਨੌਲੇਜ ਮਿਲਦੀ ਹੈ। ਤੁਸੀਂ ਇਕੱਲਾ ਪੰਜਾਬ ਲੈਵਲ ਦੇ ਐਗਜ਼ਾਮ ਹੀ ਨਹੀਂ, ਤੁਸੀਂ ਇੰਡੀਅਨ ਲੈਵਲ ਦੇ ਐਗਜ਼ਾਮ ਵੀ ਆਰਾਮ ਨਾਲ ਕਰੈਕ ਕਰ ਲਵੋਗੇ ਜੇ ਤੁਸੀਂ ਇਹਨਾਂ ਬੁੱਕਸ ਨੂੰ ਚੰਗੀ ਤਰ੍ਹਾਂ ਫੋਲੋ ਕਰੋਗੇ, ਇਹਨਾਂ ਦੇ ਇੱਕ ਇੱਕ ਚੀਜ਼ ਨੂੰ ਤੁਸੀਂ ਪੜ੍ਹੋਗੇ। ਸੋ ਮੈਂ ਤਾਂ ਬੱਚੇ ਨੂੰ ਇਹੀ ਬੇਨਤੀ ਕਰੂੰਗਾ, ਤੁਸੀਂ ਮਹੀਨੇ ਦਰ ਮਹੀਨੇ ਇਹ ਬੁੱਕਸ ਨੂੰ ਖਰੀਦਣਾ ਹੈ ਕਿਉਂਕਿ ਆਪਾਂ ਹਰੇਕ ਬੁੱਕ ਇੱਕ ਮਹੀਨੇ ਖਰੀਦਾਂਗੇ ਤਾਂ ਤੁਹਾਡਾ ਜ਼ਿਆਦਾ ਖਰਚਾ ਵੀ ਨਹੀਂ ਆਵੇਗਾ। ਜੇ ਤੁਸੀਂ ਇੱਕੋ ਵਾਰ 'ਚ ਸਾਰੀਆਂ ਬੁੱਕ ਲਓਗੇ ਤਾਂ ਤੁਹਾਨੂੰ ਬਹੁਤ ਮਹਿੰਗਾ ਪੈ ਜਾਵੇਗਾ। ਦੂਸਰੀ ਗੱਲ ਦੋਸਤੋ, ਹਰੇਕ ਮਹੀਨੇ ਇੱਕ ਬੁੱਕ ਖਰੀਦੋਗੇ ਤੁਸੀਂ ਉਸ ਬੁੱਕ ਨੂੰ ਇੱਕ ਮਹੀਨੇ ਦੇ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰੋ। ਜਦੋਂ ਬੁੱਕ ਕੰਪਲੀਟ ਹੋ ਜਾਂਦੀ ਹੈ ਫਿਰ ਅਗਲੀ ਬੁੱਕ ਖਰੀਦਣ ਦੀ ਕੋਸ਼ਿਸ਼ ਕਰੋ। ਕਾਰਨ ਕੀ ਹੈ ਦੋਸਤੋ, ਹਜੇ ਆਪਣੇ ਕੋਲ ਟਾਈਮ ਬਹੁਤ ਪਿਆ। 2024 ਦੀਆਂ ਭਰਤੀਆਂ ਹਜੇ ਦਾ ਅਨਾਉਂਸਮੈਂਟ ਨਹੀਂ ਹੋਈ, ਉਹਨਾਂ ਚਿਕਰ ਤੁਹਾਡੀ ਜਿਹੜੀ ਹੈਗੀ ਆ ਪ੍ਰੈਕਟਿਸ ਵੱਡੇ ਸਬਜੈਕਟਾਂ ਦੀ ਹੋ ਸਕਦੀ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਉਹ ਸਬਜੈਕਟਾਂ ਦੀ ਖਰੀਦਣੀ ਹੈ ਜਿਨ੍ਹਾਂ ਸਬਜੈਕਟਾਂ ਤੁਸੀਂ ਮਾਰ ਖਾਂਦੇ ਹੋ। ਸੋ ਅੱਜ ਦੀ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ ਦੋਸਤੋ। ਜਿਵੇਂ ਕਿ ਤੁਹਾਨੂੰ ਪਤਾ ਹੈ ਆਪਣੇ ਇਹ ਸਬਜੈਕਟਸ ਸਭ ਨਾਲੋਂ ਮੇਨ ਨੇ, ਹਰੇਕ ਐਗਜ਼ਾਮ ਦੇ ਵਿੱਚ ਪਾਏ ਜਾਂਦੇ ਨੇ, ਜਿਵੇਂ ਕਿ ਜਨਰਲ ਨੌਲੇਜ, ਮੈਥਸ, ਰੀਜ਼ਨਿੰਗ, ਕੰਪਿਊਟਰ, ਇੰਗਲਿਸ਼ ਤੇ ਪੰਜਾਬੀ। ਸੋ ਇਹਨਾਂ ਸਬਜੈਕਟਸ ਦੀ ਜਿਹੜੀਆਂ ਬੁੱਕਸ ਦੱਸਣ ਤੋਂ ਪਹਿਲਾਂ ਮੈਂ ਬੇਨਤੀ ਕਰਨਾ ਸਾਰੇ ਹੀ ਵੀਡੀਓ ਨੂੰ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਿਓ। ਇਦਾਂ ਦੀਆਂ ਜਾਣਕਾਰੀਆਂ ਤੁਹਾਨੂੰ ਬਹੁਤ ਦੇਖਣ ਨੂੰ ਮਿਲਣੀਆਂ ਸਾਡੇ ਚੈਨਲ ਦੇ ਉੱਤੇ ਤਾਂ ਕਿ ਤੁਹਾਡੀ ਨੌਲੇਜ ਵਧੇ ਤੇ ਤੁਸੀਂ ਅੱਗੇ ਜਾ ਕੇ ਵੱਡੇ ਤੋਂ ਵੱਡਾ ਮੁਕਾਮ ਹਾਸਿਲ ਕਰੋ। ਸੋ ਦੋਸਤੋ, ਸਭ ਤੋਂ ਪਹਿਲਾਂ ਆਪਾਂ ਇਸ ਵਿੱਚ ਜਨਰਲ ਨੌਲੇਜ ਸਬਜੈਕਟ ਦੀ ਗੱਲ ਕਰਾਂਗੇ। ਤੁਸੀਂ ਦੇਖ ਸਕਦੇ ਹੋ ਦੋਸਤੋ, ਜਨਰਲ ਨੌਲੇਜ ਸਬਜੈਕਟ ਕਿੰਨੇ ਹੀ ਚੀਜ਼ਾਂ ਨੂੰ ਮਿਲਾ ਕੇ ਬਣਦਾ ਹੈ, ਜਿਵੇਂ ਕਿ ਪੋਲਿਟੀ, ਹਿਸਟਰੀ, ਜਗਰਾਫੀ, ਇਕਨੋਮਿਕਸ, ਸਾਇੰਸ, ਇਨਵਾਇਰਨਮੈਂਟ, ਸਪੋਰਟਸ, ਆਰਟ ਐਂਡ ਕਲਚਰ, ਸਟੈਟਿਕ GK, ਪੰਜਾਬ GK ਤੇ ਤੁਹਾਡੇ ਬਹੁਤ ਹੀ ਇੰਪੋਰਟੈਂਟ ਕਰੰਟ ਅਫੇਅਰਸ ਜਿਹੜੇ ਕਿ ਤੁਸੀਂ ਹਰੇਕ ਵਾਰ ਆਪਣੇ ਪੇਪਰ ਦੇ ਵਿੱਚ ਦੇਖਦੇ ਹੋ ਤੇ ਪਰੇਸ਼ਾਨ ਹੋ ਜਾਂਦੇ ਹੋ। ਸੋ ਦੋਸਤੋ, ਜਨਰਲ ਨੌਲੇਜ ਸਬਜੈਕਟ ਦੀ ਜਿਹੜੀ ਸਟੱਡੀ ਕਰਨਾ, ਉਹ ਮੈਂ ਤਾਂ ਇਹੀ ਕਹੂੰਗਾ ਬੱਚੋ, ਇਸ ਦੀ ਸਟੱਡੀ ਲਗਾਤਾਰ ਚੱਲਦੀ ਰਹਿਣੀ ਚਾਹੀਦੀ ਹੈ। ਮਤਲਬ ਕਹਿਣ ਦਾ ਭਾਵ ਬਿਲਕੁਲ ਵੀ ਤੁਸੀਂ ਇਹ ਨਹੀਂ ਸੋਚਣਾ ਵੀ ਅਸੀਂ ਸਬਜੈਕਟ ਨੂੰ ਛੱਡ ਦਈਏ। ਹਰ ਰੋਜ਼ ਤੁਸੀਂ ਕੋਈ ਨਾ ਕੋਈ ਚੀਜ਼ ਨਵੀਂ ਸਿੱਖਣੀ ਹੈ। ਜਨਰਲ ਨੌਲੇਜ ਦਾ ਮਤਲਬ ਇਹੀ ਹੁੰਦਾ ਹੈ ਕਿ ਹਰ ਚੀਜ਼ ਬਾਰੇ ਤੁਹਾਨੂੰ ਅਵੇਅਰਨੈਸ ਹੋਵੇ। ਜ਼ਰੂਰੀ ਨਹੀਂ ਤੁਸੀਂ ਕਹਿਣ ਦਾ ਭਾਵ ਇੱਕ ਸਬਜੈਕਟ ਨੂੰ ਲੈ ਕੇ ਬੈਠ ਜਾਓ, ਕਿਉਂਕਿ ਜਨਰਲ ਨੌਲੇਜ ਦਾ ਕੋਈ ਵੀ ਸਬਜੈਕਟ ਉਹਨਾਂ ਨੇ 50% ਪਾ ਦੇਣਾ ਹੈ। ਜਿਵੇਂ ਇਸ ਵਾਰ ਉਹਨਾਂ ਨੇ ਕਰੰਟ ਅਫੇਅਰ ਜ਼ਿਆਦਾ ਪਾ ਦਿੱਤੇ ਸੀ ਕਾਂਸਟੇਬਲ ਪੇਪਰ ਵਿੱਚ, ਉਹਨਾਂ ਨੇ ਆਹ ਪੋਰਸ਼ਨ ਨੂੰ ਕਦੇ ਪੁੱਛਿਆ ਹੀ ਨਹੀਂ। ਕਦੇ ਪਾ ਦਿੰਦੇ ਆ ਪੋਲਿਟੀ ਨੂੰ ਜ਼ਿਆਦਾ ਪਾ ਦਿੱਤਾ, ਕਦੇ ਹਿਸਟਰੀ ਜ਼ਿਆਦਾ ਪਾ ਦਿੱਤੀ। ਹੁਣ ਅਗਲੇ ਐਗਜ਼ਾਮਾਂ ਵਿੱਚ ਪਤਾ ਨਹੀਂ ਕਿਹੜੇ ਸਬਜੈਕਟ ਨੂੰ ਜ਼ਿਆਦਾ ਕਵਰ ਕਰ ਦੇਣ। ਸੋ ਇਸੇ ਕਰਕੇ ਆਪਾਂ ਹੁਣ ਸ਼ੁਰੂਆਤ ਕਰਦੇ ਹਾਂ ਬੁੱਕਸ ਦੀ। ਸਭ ਤੋਂ ਪਹਿਲਾਂ ਤੁਹਾਡੀ ਹਰਮਨ ਪਿਆਰੀ ਇੰਡੀਅਨ ਪੋਲਿਟੀ, ਜਿਸ ਦੇ ਕੁਐਸਚਨ ਜ਼ਿਆਦਾ ਵੇਖਣ ਨੂੰ ਮਿਲਦੇ ਹੀ ਮਿਲਦੇ ਐਗਜ਼ਾਮ ਦੇ ਵਿੱਚ। ਸੋ ਦੋਸਤੋ, ਪਹਿਲਾਂ ਤਾਂ ਸੱਜੇ ਹੱਥ ਜਿਹੜੀ ਹੈਗੀ ਹੈ ਉਹ ਮਹੇਸ਼ ਕੁਮਾਰ ਬਰਨਵਾਲ ਦੀ ਹੈ, ਜਿਹੜੀ ਕਿ ਬੈਸਟ ਹੈ ਉਹਨਾਂ ਬੱਚਿਆਂ ਲਈ ਜਿਨ੍ਹਾਂ ਨੇ ਬੇਸਿਕ ਲੈਵਲ ਤੋਂ ਸਿੱਖ ਕੇ ਮਤਲਬ ਸਿਰਫ ਕਾਂਸਟੇਬਲ, ਸਬ ਇੰਸਪੈਕਟਰ, SSC ਤੱਕ ਐਗਜ਼ਾਮ ਕਰੈਕ ਕਰਨੇ ਹੈ। ਜੇ ਤੁਸੀਂ UPSC PCS PPS ਕਲੀਅਰ ਕਰਨੇ ਆ ਤਾਂ ਖੱਬੇ ਹੱਥ ਤੁਹਾਡੇ M ਲక్ష్ਮੀ ਕਾਂਤ ਦੀ ਬੁੱਕ ਹੈ ਜਿਹੜੀ ਕਿ ਐਡਵਾਂਸ ਲੈਵਲ ਹੈ। ਜੇ ਅਗਰ ਬੱਚਿਆਂ ਨੇ ਪੰਜਾਬ ਲੈਵਲ ਦੇ ਐਗਜ਼ਾਮ ਕਰੈਕ ਕਰਨੇ ਆ ਤਾਂ ਮੇਰੇ ਵੱਲੋਂ ਤਾਂ ਤੁਸੀਂ ਮਹੇਸ਼ ਕੁਮਾਰ ਬਰਨਵਾਲ ਦੀ ਕਿਤਾਬ ਜਿਹੜੀ ਤੁਸੀਂ ਬਾਏ ਕਰੋ। ਇਹ ਸਿਰਫ 2 ਵਰਜ਼ਨ 'ਚ ਆਉਂਦੀ ਹੈ, ਇੰਗਲਿਸ਼ ਤੇ ਹਿੰਦੀ ਵਿੱਚ। ਤੁਸੀਂ ਇੰਗਲਿਸ਼ ਵਿੱਚ ਖਰੀਦਣ ਦੀ ਕੋਸ਼ਿਸ਼ ਕਰੋ। ਬਾਕੀ ਜਿਹੜੇ ਮੇਰੇ ਵੀਰ ਪੰਜਾਬੀ ਮੀਡੀਅਮ ਨੂੰ ਬਿਲੋਂਗ ਕਰਦੇ ਆ ਉਹ ਕਿਰਪਾ ਕਰਕੇ ਪਲੀਜ਼ 8ਵੀਂ ਤੋਂ ਲੈ ਕੇ 12ਵੀਂ ਤੱਕ ਜਿੰਨੀ ਵੀ ਪੋਲਿਟੀ ਦੇ ਨੋਟਸ ਹੈਗੇ ਉਹਨਾਂ ਨੂੰ ਕਵਰ ਕਰਨ, ਕਿਉਂਕਿ ਪੰਜਾਬੀ ਵਿੱਚ ਬਹੁਤ ਹੀ ਘੱਟ ਬੁੱਕਸ ਵੇਖਣ ਨੂੰ ਮਿਲਦੀਆਂ ਬੁੱਕ ਸਟੋਰ ਤੇ। ਜਾਂ ਫਿਰ ਤੁਸੀਂ ਇੱਦਾਂ ਕਰੋ, ਇੰਡੀਅਨ ਪੋਲਿਟੀ ਦੀ ਜਿਹੜੀ ਲక్ష్ਮੀ ਕਾਂਤ ਹੈ ਉਸ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਜੇ ਅਗਰ ਤੁਸੀਂ ਚਾਹੁੰਦੇ ਹੋ ਵੀ ਅਸੀਂ ਵੱਡੇ ਤੋਂ ਵੱਡਾ ਲੈਵਲ ਕਰੈਕ ਕਰਨਾ ਹੈ।
ਹੁਣ ਆਪਾਂ ਗੱਲ ਕਰਦੇ ਹਾਂ ਜੀ ਹਿਸਟਰੀ ਸਬਜੈਕਟ ਦੀ, ਜਿਸ ਦੀ ਵੇਟੇਜ ਤਾਂ ਵੈਸੇ ਪੰਜਾਬ ਲੈਵਲ ਦੇ ਐਗਜ਼ਾਮ ਦੇ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ, ਬਟ ਫਿਰ ਵੀ ਆਪਾਂ ਇਸ ਨੂੰ ਨਾਲ ਲੈ ਕੇ ਚੱਲਣਾ ਹੈ ਕਿਉਂਕਿ ਕਦੇ ਵੀ ਕੁਝ ਨਹੀਂ ਪਤਾ ਗਵਰਨਮੈਂਟ ਦਾ ਐਗਜ਼ਾਮ ਦੇ ਵਿੱਚ ਕੀ ਕੁਝ ਆ ਜਾਵੇ। ਸੋ ਮਹੇਸ਼ ਕੁਮਾਰ ਬਰਨਵਾਲ ਦੀ ਇਹ ਬੁੱਕਸ ਨੂੰ ਤੁਸੀਂ ਫੋਲੋ ਕਰ ਸਕਦੇ ਹੋ। ਜੇਕਰ ਪੰਜਾਬੀ ਦੇ ਵਿੱਚ ਤੁਸੀਂ ਪੜ੍ਹਨਾ ਚਾਹੁੰਦੇ ਹੋ ਹਿਸਟਰੀ, ਤਾਂ 8ਵੀਂ ਤੋਂ ਲੈ ਕੇ 10ਵੀਂ ਤੱਕ ਜਿੰਨੀਆਂ ਵੀ ਹਿਸਟਰੀ ਦੀਆਂ ਬੁੱਕਸ ਹੈ ਉਸ ਨੂੰ ਚੰਗੀ ਤਰ੍ਹਾਂ ਤੁਸੀਂ ਕਵਰ ਕਰ ਲਵੋ, ਤਾਂ ਕਿ ਤੁਹਾਨੂੰ ਹਰੇਕ ਬੁੱਕ ਦੇ ਵਿੱਚੋਂ ਤੁਹਾਨੂੰ ਕੋਈ ਨਾ ਕੋਈ ਨਵੀਂ ਜਾਣਕਾਰੀ ਮਿਲ ਸਕੇ, ਜਿਸ ਦੇ ਆਧਾਰ ਤੇ ਤੁਸੀਂ ਪੇਪਰ ਕਰੈਕ ਕਰ ਸਕੋ। ਸੋ ਅਗਲਾ ਸਬਜੈਕਟ ਹੈ ਦੋਸਤੋ ਜਗਰਾਫੀ। ਜਗਰਾਫੀ ਸਬਜੈਕਟ ਦੀ ਵੀ ਵੇਟੇਜ ਬਹੁਤ ਘੱਟ ਹੁੰਦੀ ਹੈ, 1 ਜਾਂ 2 ਕੁਐਸਚਨ ਹੀ ਆਉਂਦੇ ਆ। ਸੋ ਤੁਸੀਂ ਮਹੇਸ਼ ਕੁਮਾਰ ਬਰਨਵਾਲ ਦੀ ਇਹ ਜਗਰਾਫੀ ਬੁੱਕਸ ਨੂੰ ਵਰਤ ਸਕਦੇ ਹੋ ਕਿਉਂਕਿ ਇਸ ਦੇ ਵਿੱਚ ਸਾਰਾ ਕੁਝ ਕਵਰ ਕੀਤਾ ਹੈ। ਠੀਕ ਹੈ ਜੀ, ਤੁਹਾਨੂੰ ਈਜ਼ੀਲੀ ਸਾਰਾ ਮਤਲਬ ਸਮਝ ਆ ਜਾਵੇਗਾ, ਸਿਰਫ ਪੇਪਰ ਦੇ ਰਿਲੇਟਡ ਹੀ ਇਸ ਦੇ ਵਿੱਚ ਦੱਸਿਆ ਹੋਇਆ ਹੈ। ਜਾਂ ਫਿਰ ਤੁਸੀਂ 8ਵੀਂ ਤੋਂ ਲੈ ਕੇ 10ਵੀਂ ਦੀ ਕੋਈ ਵੀ ਬੁੱਕਸ ਤੁਸੀਂ ਸਾਰੀਆਂ ਫੋਲੋ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਜਗਰਾਫੀ, ਇਕਨੋਮਿਕਸ ਤੇ ਹਿਸਟਰੀ ਦੇ ਵਿੱਚੋਂ ਕਾਫੀ ਘੱਟ ਕੁਐਸਚਨ ਅੱਜ ਕੱਲ੍ਹ ਪੁੱਛੇ ਜਾ ਰਹੇ ਨੇ। ਸੋ ਮੇਨ ਹੁਣ ਅਗਲੇ ਸਬਜੈਕਟ ਤੇ ਆਉਂਦੇ ਹਾਂ ਜੀ। ਅਗਲਾ ਸਬਜੈਕਟ ਤੁਹਾਡਾ ਹਰਮਨ ਪਿਆਰਾ ਸਬਜੈਕਟ ਜਿਹੜਾ ਕਿ ਤੁਹਾਡੇ ਪੰਜਾਬ ਦੇ ਰਿਲੇਟਡ ਹੈ, ਪੰਜਾਬ ਜੀਕੇ। ਸੋ ਦੋਸਤੋ ਇਹ 2 ਬੁੱਕਸ ਨੇ ਜਿਹੜੀਆਂ ਕਾਫੀ ਫੇਮਸ ਨੇ, ਬੱਚਿਆਂ ਦੇ ਘਰੇ ਆਮ ਪਈਆਂ ਹੋਣਗੀਆਂ ਜਾਂ ਫਿਰ ਜਿਨ੍ਹਾਂ ਨੇ ਹਜੇ ਫਰੈਸ਼ਰ ਉਹਨਾਂ ਖਰੀਦਣੀਆਂ ਹੋਣਗੀਆਂ। ਸਾਡਾ ਪੰਜਾਬ ਤੇ ਪੰਜਾਬੀ ਪੀਡੀਆ, ਇਹ ਦੋਵੇਂ ਬੁੱਕਸ ਤੁਹਾਡੇ ਘਰੇ ਹੋਣੀਆਂ ਬਹੁਤ ਲਾਜ਼ਮੀ ਚਾਹੀਦੀ ਨੇ, ਚਾਹੇ ਤੁਸੀਂ ਪੇਪਰ ਦੀ ਤਿਆਰੀ ਕਰਦੇ ਹੋ ਚਾਹੇ ਨਹੀਂ, ਕਿਉਂਕਿ ਆਪਾਂ ਨੂੰ ਪੰਜਾਬ ਬਾਰੇ ਨੌਲੇਜ ਹੋਣੀ ਚਾਹੀਦੀ ਹੈ। ਦੋਸਤੋ ਇਹਨਾਂ ਦੋਵਾਂ ਵਿੱਚੋਂ ਕੋਈ ਵੀ ਬੁੱਕ ਫੋਲੋ ਕਰ ਲਓ, ਦੋਨੋਂ ਵਧੀਆ ਨੇ। ਬਟ ਇੱਕ ਹੋਰ ਨਾਲ ਐਡਵਾਈਸ ਦਊਂਗਾ ਦੋਸਤੋ, ਇਹ ਬੁੱਕਸ ਪੜ੍ਹਨ ਤੋਂ ਬਾਅਦ ਤੁਸੀਂ ਕੀ ਕਰਨਾ ਹੈ, YouTube ਕੋਈ ਵੀ ਵਧੀਆ ਚੈਨਲ ਉੱਤੇ ਤੁਸੀਂ ਇਸ ਦੀਆਂ ਜਿਹੜੀਆਂ ਮੈਰਾਥਨ ਲਗਾਉਣੀਆਂ, MCQ ਸੀਰੀਜ਼ ਲਗਾਉਣੀ ਹੈ, ਤਾਂ ਕਿ ਤੁਹਾਨੂੰ ਹੋਰ ਡੈਪਥ ਦੇ ਵਿੱਚ ਨੌਲੇਜ ਮਿਲ ਸਕੇ। ਬੁੱਕਸ ਦੇ ਵਿੱਚ ਸਿਰਫ ਸਫੀਸ਼ੀਐਂਟ ਨੌਲੇਜ ਦਿੱਤੀ ਹੋਈ ਹੈ, ਇਹਨਾਂ ਦੋਵਾਂ ਦੇ ਵਿੱਚ ਜ਼ਿਆਦਾ ਡੈਪਥ ਦੇ ਵਿੱਚ ਨਹੀਂ ਦਿੱਤੀ ਹੋਈ। ਸੋ ਇਸ ਕਰਕੇ ਤੁਸੀਂ ਇਸ ਨੂੰ ਬੁੱਕ ਨੂੰ ਤਾਂ ਫੋਲੋ ਕਰਨਾ ਹੀ ਕਰਨਾ, ਤਾਂ ਕਿ ਤੁਹਾਨੂੰ ਤਰਜ ਪਤਾ ਲੱਗ ਜਾਵੇ ਅਸੀਂ ਕਿੱਦਾਂ ਪੰਜਾਬ ਜੀਕੇ ਨੂੰ ਪੜ੍ਹਨਾ ਹੈ, ਤੇ ਉਸੇ ਤਰ੍ਹਾਂ ਹੀ ਤੁਸੀਂ MCQs ਜਿਹੜੇ ਕਿ ਆਨਲਾਈਨ ਤੁਸੀਂ ਉਸ ਨੂੰ ਹੱਲ ਕਰ ਸਕੋ, ਤਾਂ ਕਿ ਤੁਹਾਨੂੰ ਕੋਈ ਵੀ ਇਸ ਦਾ ਪ੍ਰੈਪਰੇਸ਼ਨ ਆਂਦਾ ਹੈ ਤੁਸੀਂ ਈਜ਼ੀਲੀ ਸੋਲਵ ਕਰ ਸਕੋ। ਸੋ ਅਗਲੀ ਗੱਲ ਕਰਦੇ ਹਾਂ ਦੋਸਤੋ ਕਰੰਟ ਅਫੇਅਰਸ। ਕਰੰਟ ਅਫੇਅਰਸ ਵਿੱਚ ਬੱਚਿਓ ਰੋਜ਼ ਨਵੇਂ ਆਉਂਦੇ ਆ, ਸੋ ਇਸ ਕਰਕੇ ਤੁਸੀਂ YouTube ਚੈਨਲ ਕਿਸੇ ਵਧੀਆ ਨੂੰ ਫੋਲੋ ਕਰੋ ਜਿਸ ਦੇ ਉੱਤੇ ਡੇਲੀ ਕਰੰਟ ਅਫੇਅਰ ਕਰਾਏ ਜਾਂਦੇ ਨੇ। ਜਿਹੜਾ ਟੀਚਰ ਤੁਹਾਨੂੰ ਲੱਗਦਾ ਹੈ ਵਧੀਆ ਸਮਝਾਉਂਦਾ, ਤੁਹਾਡੀ ਸਮਝ ਦੇ ਵਿੱਚ ਆ ਜਾਂਦਾ ਤੇ ਉਹ ਈਜ਼ੀਲੀ ਸਾਰੀ ਸਹੀ ਨੌਲੇਜ ਦਿੰਦਾ, ਜਿਹੜਾ ਕਿ ਪੇਪਰ ਲੈਵਲ ਨੂੰ ਮਾਰਕ ਕਰਦੀ ਹੈ। ਇਦਾਂ ਨਹੀਂ ਵੀ ਕੋਈ ਵੀ ਮਤਲਬ ਕਿ ਨਿਊਜ਼ਪੇਪਰ ਪੜ੍ਹਾਉਣ ਲੱਗ ਜੇ, ਕੋਈ ਵੀ ਇਹੋ ਜਿਹਾ ਚੈਨਲ ਨਾ ਯੂਜ਼ ਕਰੋ ਜਿਹੜਾ ਕਿ ਤੁਹਾਨੂੰ ਸਿਰਫ ਪੇਪਰ ਦੇ ਰਿਲੇਟਡ ਹੀ ਕਰੰਟ ਅਫੇਅਰ ਕਰਾਉਂਦਾ, ਉਸ ਨੂੰ ਫੋਲੋ ਕਰੋ। ਠੀਕ ਹੈ ਜੀ, ਕਿਉਂਕਿ ਕਰੰਟ ਅਫੇਅਰਸ ਡੇਲੀ ਨਵੇਂ ਆਉਂਦੇ ਰਹਿੰਦੇ ਆ। ਹੁਣ ਅਗਲੀ ਗੱਲ ਕਰਦੇ ਦੋਸਤੋ ਮੈਥ ਸਬਜੈਕਟ ਦੀ। ਮੈਥ ਸਬਜੈਕਟ ਦੀ ਜਿਹੜੀ ਇੱਕ ਤਾਂ ਤੁਸੀਂ ਕੋਚਿੰਗ ਲੈ ਰਹੇ ਹੋ ਕਈ ਮੇਰੇ ਭੈਣ ਭਰਾ, ਤੇ ਕੋਚਿੰਗ ਤੋਂ ਬਾਅਦ ਤੁਹਾਨੂੰ ਇਹ ਬੁੱਕ ਨੂੰ ਫੋਲੋ ਹਮੇਸ਼ਾ ਕਰਨਾ ਹੀ ਪੈਂਦਾ। RS ਅਗਰਵਾਲ, ਜਿਸ ਦੇ ਵਿੱਚ ਹਰੇਕ ਚੈਪਟਰ ਤੁਹਾਨੂੰ ਦਿੱਤਾ ਹੋਇਆ ਹੈ। ਠੀਕ ਹੈ, ਕੁਆਂਟੀਟੇਟਿਵ ਐਪਟੀਟਿਊਡ ਨਾਮ ਵੱਜਦਾ ਇਸ ਬੁੱਕ ਦਾ, S ਚਾਂਦ ਵੱਲੋਂ ਪਬਲੀਕੇਸ਼ਨ ਹੈ। ਠੀਕ ਹੈ ਜੀ, ਜਿਹੜੀ ਇਹ ਬੁੱਕ ਹੈ ਜੀ, ਇਹ ਬੁੱਕ ਹਰੇਕ ਘਰ ਹੁੰਦੀ ਹੈ ਜਿਹੜੇ ਬੱਚਾ ਇਸ ਪੇਪਰਾਂ ਦੀ ਤਿਆਰੀ ਕਰਦਾ ਹੈ, ਕਿਉਂਕਿ ਕਾਰਨ ਇਹ ਹੈ ਦੋਸਤੋ ਇਸ ਦੇ ਵਿੱਚ ਹਰੇਕ ਤਰ੍ਹਾਂ ਦਾ ਤੁਹਾਨੂੰ ਸਮ ਦੇਖਣ ਨੂੰ ਮਿਲ ਜਾਏਗਾ, ਹਰੇਕ ਟਾਈਪ ਦੇਖਣ ਨੂੰ ਮਿਲ ਜਾਏਗੀ। ਇੱਕ ਤਰ੍ਹਾਂ ਦੇ ਸਮ ਬਿਲਕੁਲ ਨਹੀਂ ਵੇਖਣ ਨੂੰ ਮਿਲਣਗੇ, ਕਿਉਂਕਿ ਆਪਾਂ ਆਮ ਜਰਨਲੀ ਬੁੱਕਸ ਕਈ ਦੇਖਦੇ ਹਾਂ ਆਪਾਂ ਨੂੰ ਇੱਕੋ ਤਰ੍ਹਾਂ ਦੇ ਸਮ ਦੇਖਣ ਨੂੰ ਮਿਲਦੇ ਆ, ਬਟ ਇਸ ਦੇ ਵਿੱਚ ਹਰੇਕ ਤਰ੍ਹਾਂ ਦੀ ਟਾਈਪ ਕਵਰ ਹੋਵੇਗੀ, ਤਾਂ ਕਿ ਤੁਸੀਂ ਜਦੋਂ ਪੇਪਰ ਵਿੱਚ ਜਾਵੋ ਤੁਹਾਨੂੰ ਪਤਾ ਹੋਵੇ ਮੈਂ ਇਹ ਸਮ ਇਸ ਬੁੱਕ 'ਚੋਂ ਕੀਤਾ ਸੀ ਤੇ ਮੈਨੂੰ ਇਸ ਟਾਈਪ ਦਾ ਮਤਲਬ ਪਤਾ ਹੈ ਵੀ ਕਿਵੇਂ ਅਸੀਂ ਹੱਲ ਕਰਨਾ ਹੈ। ਸੋ ਸਭ ਤੋਂ ਜ਼ਿਆਦਾ ਬੈਨੀਫਿਟ ਵਾਲੀ ਬੁੱਕ ਤਾਂ RS ਅਗਰਵਾਲ ਦੀ ਹੀ ਹੈ, ਤੁਸੀਂ ਇਸ ਨੂੰ ਬਾਏ ਕਰ ਸਕਦੇ ਹੋ। ਲਗਭਗ 250-300 ਦੇ ਵਿੱਚ ਖਰਚਾ ਆਣਾ ਹੈ। ਇਹ ਬੁੱਕ ਤਾਂ ਤੁਸੀਂ ਅੱਜ ਹੀ ਖਰੀਦ ਲਵੋ, ਕਿਉਂਕਿ ਮੈਥ ਜਿਹੜਾ ਹੈਗਾ 7 ਜਾਂ 8 ਮਹੀਨੇ ਲਗਾਤਾਰ ਤੁਸੀਂ ਕਰਨਾ ਹੈ, ਤਾਂ ਹੀ ਤੁਹਾਡੇ ਪੱਲੇ ਪਵੇਗਾ, 2 ਮਹੀਨਿਆਂ ਵਿੱਚ ਬਿਲਕੁਲ ਨਹੀਂ ਪੈਣ ਵਾਲਾ। ਅਗਲੀ ਬੁੱਕ ਹੀ RS ਅਗਰਵਾਲ ਦੀ ਜਿਹੜੀ ਮੇਨ ਹੈ ਉਹ ਹੈਗੀ ਰੀਜ਼ਨਿੰਗ ਨੂੰ ਲੈ ਕੇ, ਜਿਹੜੀ ਵਰਬਲ ਤੇ ਨੋਨ ਵਰਬਲ ਰੀਜ਼ਨਿੰਗ। ਪਹਿਲਾਂ ਤਾਂ ਤੁਸੀਂ ਦੋਸਤੋ ਕਿਸੇ ਵਧੀਆ ਸੈਂਟਰ ਤੋਂ ਕੋਚਿੰਗ ਲੈ ਕੇ ਜਾਂ ਫਿਰ ਆਨਲਾਈਨ ਚੈਪਟਰ ਵਾਈਜ਼ ਤੁਸੀਂ ਸਮਝ ਕੇ ਵੀ ਕਿਹੜੇ ਚੈਪਟਰ ਹੈ ਜਿਹੜੇ ਇਸ ਬੁੱਕ ਦੇ ਵਿੱਚ ਹੈ ਰੀਜ਼ਨਿੰਗ ਨੂੰ ਲੈ ਕੇ, ਕਿਉਂਕਿ ਅੱਜ ਕੱਲ੍ਹ ਰੀਜ਼ਨਿੰਗ ਨੂੰ ਕਾਫੀ ਡਿਫਰੈਂਟ ਲੈਵਲ ਨਾਲ ਪਾਇਆ ਜਾ ਰਿਹਾ ਹੈ। ਤੇ ਉਸ ਤੋਂ ਬਾਅਦ ਤੁਸੀਂ ਇਸ ਬੁੱਕ ਨੂੰ ਫੋਲੋ ਕਰਨਾ ਹੈ ਤੇ ਪ੍ਰੈਕਟਿਸ ਕਰਨੀ ਹੈ ਵੱਧ ਤੋਂ ਵੱਧ ਕੁਐਸਚਨ ਚੈਪਟਰ ਵਾਈਜ਼। ਸਭ ਤੋਂ ਪਹਿਲਾਂ ਤਾਂ ਤੁਸੀਂ ਕ੍ਰਾਈਟੇਰੀਆ ਸਿੱਖਣਾ ਹੈ ਕਿਵੇਂ ਕਵਰ ਕਰਨਾ ਇਸ ਦੇ ਵਿੱਚ, ਫਿਰ ਉਸ ਦੇ ਵਿੱਚ ਕਹਿਣ ਦਾ ਭਾਵ ਉਸ ਤੋਂ ਫੋਲੋ ਕਰਨਾ ਹੈ ਵੀ ਅਸੀਂ ਇਹ ਚੀਜ਼ਾਂ ਸਿੱਖੀਆਂ ਸੀ, ਰੂਲਸ ਇਹ ਸਿੱਖੇ ਸੀ ਆਨਲਾਈਨ, ਤੇ ਇਹਨਾਂ ਦੇ ਸੌਖੇ ਤਰੀਕੇ ਨਾਲ ਤੁਸੀਂ ਫੋਲੋ ਕਰਨੀਆਂ। ਬਾਕੀ ਇਸ ਦੇ ਵਿੱਚ ਵੀ ਕਾਫੀ ਚੀਜ਼ਾਂ ਦੱਸੀਆਂ ਤੁਹਾਨੂੰ ਐਗਜ਼ਾਮਪਲਾਂ ਸਮੇਤ, ਤਾਂ ਕਿ ਤੁਸੀਂ ਈਜ਼ੀਲੀ ਸਮਝ ਸਕੋ ਹਰੇਕ ਚੈਪਟਰ ਨੂੰ। ਦੋਸਤੋ ਨਵੀਆਂ ਟ੍ਰਿਕਸ ਐਂਡ ਸ਼ੋਰਟ ਟ੍ਰਿਕਸ ਕਾਫੀ ਆ ਚੁੱਕੀਆਂ ਨੇ, ਸੋ ਮੈਂ ਚਾਹੁੰਦਾ ਤੁਸੀਂ YouTube ਦੇ ਜ਼ਰੀਏ ਵੀ ਨਾਲ ਜੁੜੋ ਤੇ ਬੁੱਕਸ ਨੂੰ ਵੀ ਨਾਲ ਫੋਲੋ ਕਰੋ ਪ੍ਰੈਕਟਿਸ ਕਰਨ ਲਈ, ਕਿਉਂਕਿ ਪ੍ਰੈਕਟਿਸ ਕਰਨ ਲਈ ਮਟੀਰੀਅਲ ਬਹੁਤ ਬੱਚਿਆਂ ਕੋਲ ਘੱਟ ਹੁੰਦਾ ਹੈ। YouTube ਉੱਤੇ ਸਿਰਫ ਉਹ ਬੱਚਾ ਸਿੱਖ ਲੈਂਦਾ ਵੀ ਇਹ ਤਕਨੀਕ ਨਾਲ ਸੋਲਵ ਕਰਨੀ ਹੈ, ਮੇਨ ਮਕਸਦ ਹੁੰਦਾ ਤੁਹਾਡੀ ਪ੍ਰੈਕਟਿਸ ਹੀ ਤੁਹਾਨੂੰ ਅੱਗੇ ਲੈ ਕੇ ਜਾਂਦੀ ਹੈ। ਸੋ ਅਗਲੀ ਬੁੱਕ ਗੱਲ ਕਰਾਂਗੇ ਦੋਸਤੋ ਕੰਪਿਊਟਰ ਅਵੇਅਰਨੈਸ ਦੀ, ਕੰਪਿਊਟਰ ਸਬਜੈਕਟ ਨੂੰ ਲੈ ਕੇ। ਤੁਹਾਨੂੰ ਪਤਾ ਹੈ ਸਿਰਫ ਸਬ ਇੰਸਪੈਕਟਰ ਦੇ ਵਿੱਚ 30 ਕੁਐਸਚਨ ਆਉਂਦੇ ਆ, ਬਾਕੀ PSSB ਵਾਲੇ 10 ਕੁਐਸਚਨ ਪਾਉਂਦੇ ਆ ਤੇ ਕਾਂਸਟੇਬਲ ਵਾਲੇ 5। ਸੋ ਇਸ ਲਈ ਅਰੀਹੰਤ ਪਬਲੀਕੇਸ਼ਨ ਦੀ ਇਹ ਬੁੱਕ ਨੂੰ ਤੁਸੀਂ ਫੋਲੋ ਕਰ ਸਕਦੇ ਹੋ। ਇਹ ਸਬਜੈਕਟ ਤੁਸੀਂ ਉਦੋਂ ਫੋਲੋ ਕਰਨਾ ਹੈ ਜਦੋਂ ਪੇਪਰ ਦੇ ਲਗਭਗ 3-4 ਮਹੀਨੇ ਰਹਿ ਗਏ, ਕਿਉਂਕਿ ਬੱਚਿਓ ਇਸ ਦਾ ਕਾਰਨ ਕੀ ਆ, ਆਪਾਂ ਨੂੰ ਕੰਪਿਊਟਰ ਸਬਜੈਕਟ ਦੇ ਵਿੱਚ ਇੰਨੀ ਡੈਪਥ ਵਿੱਚ ਜਾਣ ਦੀ ਲੋੜ ਨਹੀਂ, ਉੱਪਰੋਂ ਬੇਸਿਕ ਸਭ ਨੂੰ ਕਵਰ ਹੁੰਦਾ, ਬਸ ਆਪਾਂ ਇੱਕ ਵਾਰੀ ਗੋ ਥਰੂ ਹੋਣਾ ਹੁੰਦਾ। ਠੀਕ ਹੈ ਜੀ, ਸੋ ਇਸ ਕਰਕੇ ਇਸ ਬੁੱਕ ਨੂੰ ਫੋਲੋ ਕਰੋ।
ਹੁਣ ਅਗਲੀ ਗੱਲ ਹੈ ਦੋਸਤੋ ਇੰਗਲਿਸ਼ ਲਈ ਤੁਸੀਂ 8ਵੀਂ ਤੋਂ ਲੈ ਕੇ 10ਵੀਂ ਤੱਕ ਦੀ ਗ੍ਰਾਮਰ ਨੂੰ ਫੋਲੋ ਕਰ ਲਓ, ਇੰਨਾ ਬਹੁਤ ਹੈ। ਜਾਂ ਫਿਰ ਨਿਊਜ਼ਪੇਪਰ ਨੂੰ ਰੀਡ ਕਰੋ, ਉਸ ਦੇ ਨਾਲ ਤੁਹਾਡੀ ਇੰਗਲਿਸ਼ ਕਾਫੀ ਸੁਧਰੇਗੀ, ਤੁਸੀਂ ਪ੍ਰੋਨਾਊਂਸ ਵੀ ਵਧੀਆ ਕਰੋਗੇ। ਜਿਹੜੇ ਲੈਟਰ ਤੁਹਾਨੂੰ ਪ੍ਰੋਨਾਊਂਸ ਨਹੀਂ ਕਰਨੇ ਆਉਂਦੇ, ਤੁਹਾਡੀ ਵਕੈਬ ਵੀ ਵਧੇਗੀ। ਜੇ ਅਗਰ ਤੁਸੀਂ ਚਾਹੁੰਦੇ ਹੋ ਸਾਨੂੰ ਬੁੱਕ ਦਿਓ ਪ੍ਰੈਕਟਿਸ ਕਰਨ ਲਈ ਕੁਐਸਚਨਸ ਦੀ, ਤਾਂ ਤੁਸੀਂ ਇਸ ਅਰਿਹਾਂਤ ਦੀ ਲੈ ਸਕਦੇ ਹੋ ਤੁਸੀਂ, ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ। ਇਹ ਬੁੱਕ ਬੈਟਰ ਹੈ, ਕਾਫੀ ਬੱਚਿਆਂ ਕੋਲ ਹੋਵੇਗੀ ਵੀ, ਤੇ ਹੋਰ ਵੀ ਕਈ ਇੰਗਲਿਸ਼ ਦੀਆਂ ਜਿਹੜੀਆਂ ਆਉਂਦੀਆਂ ਇਹੋ ਜਿਹੀਆਂ ਬੁੱਕਸ ਕਹਿਣ ਦਾ ਭਾਵ ਤੁਸੀਂ ਉਹ ਵੀ ਫੋਲੋ ਕਰ ਸਕਦੇ ਹੋ, ਕਿਉਂਕਿ ਇੰਗਲਿਸ਼ ਸਬਜੈਕਟ ਇੱਕ ਲੈਂਗੁਏਜ ਹੈ, ਕੋਈ ਇਹ ਸਬਜੈਕਟ ਨਹੀਂਗਾ। ਇਸ ਲੈਂਗੁਏਜ ਨੂੰ ਸਿੱਖ ਗਏ ਤਾਂ ਤੁਸੀਂ ਨਾਲ ਦੀ ਨਾਲ ਕੋਈ ਵੀ ਪੇਪਰ ਕਰੈਕ ਕਰ ਸਕਦੇ ਹੋ। 10 ਕੁਐਸਚਨ ਤੁਹਾਡੇ ਕਨਸਟੇਬਲ 'ਚ ਆਉਂਦੇ ਆ ਤੇ 20 ਕੁਐਸਚਨ ਤੁਹਾਡੇ ਸਬ ਇੰਸਪੈਕਟਰ 'ਚ। ਸੋ ਸਿਰਫ ਗ੍ਰਾਮਰ 'ਤੇ ਜ਼ਿਆਦਾ ਹੱਥ ਟੈਟ ਕਰੋ, ਕਿਉਂਕਿ ਬਾਕੀ ਸਭ ਚੀਜ਼ਾਂ ਤਾਂ ਕਲੀਅਰ ਹੋ ਹੀ ਜਾਣੀਆਂ। ਇੰਗਲਿਸ਼ ਦੇ ਵਿੱਚ ਸਿਰਫ ਗ੍ਰਾਮਰ ਤੁਸੀਂ ਵਧੀਆ ਕਰਨੀ ਹੈ, ਤੇ ਟੈਂਸਿਸ ਵਗੈਰਾ 'ਤੇ ਹੱਥ ਵਧੀਆ ਹੋਵੇ ਤਾਂ ਹੀ ਤੁਹਾਨੂੰ ਕੁਐਸਚਨ ਸਮਝ ਆਵੇਗਾ, ਤਾਂ ਹੀ ਤੁਸੀਂ ਕਰੈਕ ਕਰ ਪਾਓਗੇ। ਠੀਕ ਹੈ ਜੀ। ਇੰਗਲਿਸ਼ ਸਬਜੈਕਟ ਲਈ ਤਾਂ ਤੁਸੀਂ ਨਿਊਜ਼ਪੇਪਰ ਨਾਲ ਜ਼ਰੂਰ ਰੱਖੋ ਤਾਂ ਕਿ ਤੁਹਾਨੂੰ ਨਵੇਂ ਵੋਕੈਬ ਦੇ ਵਰਡ ਮਿਲ ਸਕਣ। ਅਗਲੀ ਗੱਲ ਕਰਦੇ ਹਾਂ ਦੋਸਤੋ ਪੰਜਾਬੀ ਜਿਹੜੇ ਬੱਚੇ ਨੂੰ ਨਹੀਂ ਆਉਂਦੀ ਉਸ ਦੇ ਲਈ ਤਾਂ ਲੱਖ ਦੀ ਲਾਹਨਤ ਹੈ ਜੇ ਅਗਰ ਤੁਸੀਂ ਪੰਜਾਬ ਤੋਂ। ਬਾਕੀ ਹਰਿਆਣਾ ਵਾਲੇ ਭੈਣ ਭਰਾ ਜਾਂ ਫਿਰ ਹਿਮਾਚਲ ਵਾਲੇ ਭੈਣ ਭਰਾ ਉਹ ਵੀ ਧਿਆਨ ਦੇਣ, ਤੁਸੀਂ ਨਿਊਜ਼ਪੇਪਰ ਪੰਜਾਬੀ ਦਾ ਜ਼ਰੂਰ ਡੇਲੀ ਰੀਡ ਕਰਿਆ ਕਰੋ। ਦੂਸਰੀ ਗੱਲ ਹੈ 8ਵੀਂ ਤੋਂ ਲੈ ਕੇ 10ਵੀਂ ਤੱਕ ਜਿੰਨੀ ਵੀ ਪੰਜਾਬੀ ਦੀ ਗ੍ਰਾਮਰ ਦੀਆਂ ਬੁੱਕਸ ਨੇ ਉਸ ਨੂੰ ਫੋਲੋ ਕਰੋ, ਤਾਂ ਕਿ ਤੁਹਾਨੂੰ ਡੈਪਥ ਦੇ ਵਿੱਚ ਨੌਲੇਜ ਹੋ ਸਕੇ ਵੀ ਅੱਜ ਕੱਲ੍ਹ ਕੁਐਸਚਨ ਜਿਵੇਂ ਪੁੱਛੇ ਜਾ ਰਹੇ ਹੈ, ਤੇ ਵਿਆਕਰਨ ਜਿਹੜੀ ਹੈਗੀ ਹੈ ਪੰਜਾਬੀ ਦੀ ਉਹ ਪ੍ਰੋਪਰਲੀ ਤੁਹਾਨੂੰ ਜਾਣਕਾਰੀ ਹੋਵੇ। ਬਾਕੀ ਮੇਰੇ ਅਕੋਰਡਿੰਗ ਤਾਂ ਤੁਸੀਂ ਨਿਊਜ਼ਪੇਪਰ ਫੋਲੋ ਕਰੋ। ਆਉਣ ਵਾਲੇ ਸਮੇਂ ਦੇ ਵਿੱਚ ਜੇ ਅਗਰ ਤੁਸੀਂ ਕੋਈ ਅਰਜ਼ੀ ਵੀ ਲਿਖਣੀ ਹੋਈ ਤੁਹਾਨੂੰ ਤਾਂ ਹੀ ਨਵੇਂ ਵਰਡਸ ਤੁਹਾਡੇ ਦਿਮਾਗ ਵਿੱਚ ਆਉਣਗੇ ਜੇ ਤੁਸੀਂ ਨਿਊਜ਼ਪੇਪਰ ਤੋਂ ਸਿੱਖੋਗੇ। ਸੋ ਇੰਗਲਿਸ਼ ਤੇ ਪੰਜਾਬੀ ਦੇ ਨਿਊਜ਼ਪੇਪਰ ਘਰੇ ਲਗਾ ਲਓ। ਜੇ ਅਗਰ ਨਹੀਂ ਹੈਗੇ ਤਾਂ ਬਾਜ਼ਾਰ ਦੇ ਵਿੱਚੋਂ ਇੱਕ ਖਰੀਦ ਲਿਆਇਆ ਕਰੋ, ਇੱਕ ਹਫ਼ਤਾ ਉਸ ਨੂੰ ਪੜ੍ਹੀ ਜਾਇਆ ਕਰੋ, ਹਰ ਹਫ਼ਤੇ ਇੱਕ ਨਵਾਂ ਨਿਊਜ਼ਪੇਪਰ। ਠੀਕ ਹੈ ਜੀ। ਇਸ ਦਾ ਕਾਰਨ ਕੀ ਹੈ ਦੋਸਤੋ, ਕਾਫੀ ਬੱਚਿਆਂ ਨੂੰ ਤਾਂ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ, ਨਾ ਹੀ ਇੰਗਲਿਸ਼ ਬੋਲਣੀ ਆਉਂਦੀ ਹੈ। ਸੋ ਇਸੇ ਕਰਕੇ ਜ਼ਿਆਦਾ ਤੋਂ ਸਬਜੈਕਟ ਤਾਂ ਇੰਗਲਿਸ਼ ਦੇ ਵਿੱਚ ਹੀ ਨੇ। ਸੋ ਮੈਂ ਤਾਂ ਇਹੀ ਕਹੂੰਗਾ ਵੀ ਤੁਸੀਂ ਜ਼ਿਆਦਾ ਤੋਂ ਜ਼ਿਆਦਾ 8ਵੀਂ ਤੋਂ 10ਵੀਂ ਦੀਆਂ ਬੁੱਕਸ ਫੋਲੋ ਕਰੋ। ਹੁਣ ਸਭ ਨਾਲੋਂ ਇੰਪੋਰਟੈਂਟ ਗੱਲ ਉਹਨਾਂ ਭੈਣ ਭਰਾਵਾਂ ਲਈ ਜਿਨ੍ਹਾਂ ਨੇ ਹਜੇ ਪੇਪਰਾਂ ਦੀ ਤਿਆਰੀ ਸ਼ੁਰੂ ਕਰਨੀ ਹੈ, ਨਵੇਂ ਬੱਚੇ ਨੇ ਜਿਨ੍ਹਾਂ ਨੂੰ ਹਜੇ ਬਿਲਕੁਲ ਵੀ ਨੌਲੇਜ ਨਹੀਂ, ਤੁੱਕਾ ਨੌਲੇਜ ਨਹੀਂ ਵੀ ਅਸੀਂ ਕਿੱਥੋਂ ਸ਼ੁਰੂਆਤ ਕਰੀਏ, ਕਿਵੇਂ ਕਰੀਏ। ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰੂੰਗਾ ਦੋਸਤੋ, ਤੁਸੀਂ ਜੇ ਅਗਰ ਕੋਚਿੰਗ ਲੈਣ ਦੇ ਯੋਗ ਹੈਗੇ ਹੋ, ਮਤਲਬ ਕਿਉਂਕਿ ਬੁੱਕਸ ਬਹੁਤ ਮਹਿੰਗੀਆਂ ਪੈ ਜਾਣੀਆਂ ਤੁਹਾਨੂੰ, ਕਿਉਂਕਿ ਉਸ ਦੇ ਅਕੋਰਡਿੰਗ ਤੁਸੀਂ ਜਿੰਨੀਆਂ ਬੁੱਕਸ ਦੇ ਪੈਸੇ ਲਾਓਗੇ ਉਸ ਤੋਂ ਵਧੀਆ ਤੁਸੀਂ ਇੱਕ ਵਾਰੀ ਕੋਚਿੰਗ ਜ਼ਰੂਰ ਲਵੋ। ਕੋਚਿੰਗ ਦੇ ਤੁਹਾਨੂੰ ਨੋਟਸ ਵੀ ਮਿਲਣਗੇ, ਨਾਲੇ ਤੁਹਾਨੂੰ ਪਤਾ ਲੱਗੇਗਾ ਕਿਹੜੀ ਤਰਜ਼ ਦੇ ਵਿੱਚ ਤੁਸੀਂ ਜਿਹੜੇ ਸਬਜੈਕਟ ਨੂੰ ਕਵਰ ਕਰਨਾ ਹੈ, ਤੇ ਨਵੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਤੁਸੀਂ ਹਜੇ 12ਵੀਂ ਤੱਕ ਪੜ੍ਹ ਕੇ ਆਏ ਹੋ ਜਾਂ ਫਿਰ ਗ੍ਰੈਜੂਏਸ਼ਨ ਤੱਕ ਪੜ੍ਹ ਕੇ ਆਏ ਹੋ, ਤੁਹਾਨੂੰ ਹਜੇ ਜਿਹੜੇ ਹੈਗੇ ਇਹ ਕੰਪੀਟੀਟਿਵ ਐਗਜ਼ਾਮ ਕਰੈਕ ਕਰਨ ਦੀ ਬਿਲਕੁਲ ਵੀ ਨੌਲੇਜ ਨਹੀਂ, ਕਿਉਂਕਿ ਇੱਥੇ ਲੌਂਗ ਮੈਥਡ ਨਹੀਂ ਸ਼ਾਰਟ ਮੈਥਡ ਦੀ ਵਰਤੋਂ ਕੀਤੀ ਜਾਂਦੀ ਹੈ। ਕਿਉਂਕਿ ਬੱਚੋ ਕੋਚਿੰਗ ਸੈਂਟਰ ਇੱਕ ਇਹੋ ਜਿਹੀ ਚੀਜ਼ ਹੁੰਦੀ ਹੈ ਜਿਸ ਦੇ ਵਿੱਚ ਤੁਸੀਂ 6 ਮਹੀਨੇ ਕੁਝ ਨਵੀਆਂ ਚੀਜ਼ਾਂ ਸਿੱਖੋਗੇ, ਫਿਰ 6 ਮਹੀਨਿਆਂ ਤੋਂ ਬਾਅਦ ਤੁਸੀਂ ਇਸ ਬੁੱਕਸ ਨੂੰ ਖਰੀਦ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਇਹਨਾਂ ਬੁੱਕਸ ਦੇ ਉੱਤੇ ਪ੍ਰੈਕਟਿਸ ਕਰਨੀ ਹੈ ਤਾਂ ਕਿ ਤੁਹਾਡੀ ਹੋਰ ਨੌਲੇਜ ਵਧੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਤੋਂ ਵੱਡਾ ਐਗਜ਼ਾਮ ਤੁਸੀਂ ਈਜ਼ੀਲੀ ਕਰੈਕ ਕਰ ਸਕੋ। ਮੈਂ ਨਹੀਂ ਕਹਿੰਦਾ ਵੀ ਮੇਰੇ ਭੈਣ ਭਰਾ ਇਹ ਬੁੱਕਸ ਖਰੀਦਣ ਜਿਹੜੇ ਫਰੈਸ਼ਰ ਨੇ, ਕਿਉਂਕਿ ਕਾਰਨ ਹੀ ਹੈ ਦੋਸਤੋ ਤੁਹਾਨੂੰ ਸਮਝ ਹੀ ਨਾ ਆਈ ਤਾਂ ਤੁਸੀਂ ਕੀ ਫਾਇਦਾ ਤੁਹਾਡਾ ਫਿਰ ਇਹ ਬੁੱਕਸ ਖਰੀਦੀ ਦਾ ਵੀ, ਪੈਸੇ ਲਾਏ ਦਾ ਵੀ। ਸੋ ਇਸੇ ਕਰਕੇ ਪਹਿਲਾਂ ਹੱਥ ਜੋੜ ਕੇ ਬੇਨਤੀ ਕਰਦਾ, ਜਿੰਨੇ ਦੀਆਂ ਬੁੱਕਸ ਆਣੀਆਂ ਉਨੇ ਦੀ ਪਹਿਲਾਂ ਕੋਚਿੰਗ ਲੈ ਲਵੋ। ਠੀਕ ਹੈ ਜੀ। ਕਿਉਂਕਿ ਕਾਰਨ ਕੀ ਹੈ ਦੋਸਤੋ, ਤੁਹਾਡਾ ਬਹੁਤ ਜ਼ਿਆਦਾ ਨੌਲੇਜ ਵਧੇਗੀ ਤੇ ਨਾਲੇ ਤੁਹਾਨੂੰ ਇੱਕ ਸੀਟਿੰਗ ਪਲਾਨ ਬਣ ਜਾਵੇਗਾ ਤੁਹਾਡਾ ਵੀ ਕਿੱਦਾਂ ਤੁਸੀਂ ਪੜ੍ਹਨਾ ਸ਼ੁਰੂ ਕਰਨਾ ਹੈ। ਉਸ ਤੋਂ ਬਾਅਦ ਹੀ ਇਹਨਾਂ ਬੁੱਕਸ ਦੇ ਉੱਤੇ ਹੱਥ ਮਾਰਿਓ। ਠੀਕ ਹੈ ਜੀ। ਹੁਣ ਜਿਹੜੇ ਮੇਰੇ ਭੈਣ ਭਰਾ ਐਕਸਪੀਰੀਅੰਸਡ ਲੈਵਲ ਨੇ, ਜਿਨ੍ਹਾਂ ਨੇ ਬਹੁਤ ਕੋਚਿੰਗਾਂ ਲੈ ਲਈਆਂ ਤੇ ਹੁਣ ਉਹ ਤਿਆਰੀ ਕਰਦੇ ਹੀ ਰਹਿੰਦੇ ਨੇ, ਬਸ ਉਹਨਾਂ ਨੂੰ ਆਇਆ ਵੀ ਅਸੀਂ ਕਰੈਕ ਕਰ ਹੀ ਦੇਣਾ, ਉਹ ਭੈਣ ਭਰਾ ਪਲੀਜ਼ ਟੈਸਟ ਸੀਰੀਜ਼ ਵੀ ਜੁਆਇਨ ਕਰਨ ਤੇ ਇਹਨਾਂ ਬੁੱਕਸ ਦੇ ਉੱਤੇ ਵੱਧ ਤੋਂ ਵੱਧ ਪ੍ਰੈਕਟਿਸ ਕਰਨ। ਕਾਰਨ ਕੀ ਹੈ, ਤੁਹਾਡੇ ਬੇਸਿਕਸ ਕਈ ਵਾਰ ਤੁਹਾਡੇ ਭੁੱਲ ਜਾਂਦੇ ਹੋ ਤੁਸੀਂ, ਜਿਸ ਕਰਕੇ ਪੇਪਰ ਦੇ ਵਿੱਚ ਤੁਸੀਂ ਉੱਥੇ ਮਾਰ ਖਾਂਦੇ ਹੋ। ਸੋ ਇਸੇ ਕਰਕੇ ਇਹਨਾਂ ਬੁੱਕਸ ਨੂੰ ਨਾਲ ਨਾਲ ਰੀਡ ਕਰਦੇ ਰਹੋ ਦੁਆਰ ਤੋਂ, ਤੇ ਨਾਲ ਨਾਲ ਟੈਸਟ ਸੀਰੀਜ਼ ਨੂੰ ਕਵਰ ਕਰਦੇ ਰਹੋ। ਟੈਸਟ ਸੀਰੀਜ਼ ਹਰੇਕ ਸੈਂਟਰ ਦੀ ਤੁਸੀਂ ਖਰੀਦ ਕੇ ਵੇਖੋ ਜਿਹੜਾ ਤੁਹਾਨੂੰ ਲੱਗਦਾ ਵਧੀਆ ਲੈਵਲ ਦਾ ਇਹ ਹੈਗਾ ਇੰਸਟੀਚਿਊਟ, ਤਾਂ ਕਿ ਤੁਹਾਨੂੰ ਨਵੇਂ ਜਿਹੜੇ ਕੁਐਸਚਨਸ ਆ ਰਹੇ ਆ ਅੱਜ ਕੱਲ੍ਹ TCS ਵੱਲੋਂ ਜਾਂ ਫਿਰ GNDU ਵੱਲੋਂ ਜਾਂ PSSB ਵੱਲੋਂ ਕੋਈ ਵੀ ਕੁਐਸਚਨ ਨਵੇਂ ਪਾਏ ਜਾ ਰਹੇ ਆ, ਉਸ ਦਾ ਤੁਹਾਨੂੰ ਭੇਦ ਹੋ ਸਕੇ ਤੇ ਤੁਸੀਂ ਈਜ਼ੀਲੀ ਕਰੈਕ ਕਰ ਸਕੋ। ਸਾਰੇ ਹੀ ਭੈਣ ਭਰਾਵਾਂ ਨੂੰ ਮੈਂ ਇਹੀ ਕਹਿਣਾ ਵੀ ਕੋਚਿੰਗ ਤੋਂ ਪਹਿਲਾਂ ਸਭ ਤੋਂ ਕੋਚਿੰਗ ਲੈਣੀ ਹੈ ਪਹਿਲਾਂ, ਉਸ ਤੋਂ ਬਾਅਦ ਹੀ ਤੁਸੀਂ ਬੁੱਕਸ ਦਾ ਜਿਹੜਾ ਹੈਗਾ ਇਹ ਜ਼ਰੀਆ ਅਪਣਾਉਣਾ ਹੈ। ਠੀਕ ਹੈ ਜੀ। ਕਿਉਂਕਿ ਕੋਚਿੰਗ ਇਹੋ ਜਿਹਾ ਹਿਸਾਬ ਹੁੰਦਾ, ਇੱਕ ਰਸਤਾ ਦਿਖਾ ਦਿੰਦੀ ਹੈ, ਡਾਇਰੈਕਸ਼ਨ ਦਿਖਾ ਦਿੰਦੀ ਹੈ, ਉਸ ਤੋਂ ਬਾਅਦ ਚੱਲਣਾ ਜਿਹੜਾ ਤੁਸੀਂ ਉਹ ਬੁੱਕਸ ਦੇ ਸਾਰੇ ਤੁਸੀਂ ਚੱਲਣਾ ਹੈ। ਕੋਚਿੰਗ ਤੋਂ ਨੋਟਸ ਵੀ ਮਿਲਦੇ ਆ, ਨੋਟਸ ਬਸ ਤੁਹਾਨੂੰ ਇਹ ਹੈ ਵੀ ਸੌਖੇ ਤਰੀਕੇ ਨਾਲ ਥੋੜ੍ਹਾ ਜਿਹਾ ਸਮਝ ਆ ਜਾਂਦਾ ਹੈ। ਸਮਝ ਆਉਣ ਤੋਂ ਬਾਅਦ ਤੁਸੀਂ ਤਾਂ ਹੀ ਡੈਪਥ ਦੇ ਵਿੱਚ ਹਰ ਕੋਈ ਸਬਜੈਕਟ ਪੜ੍ਹ ਸਕਦੇ ਹੋ। ਜੇ ਤੁਹਾਨੂੰ ਉਸ ਦੇ ਬਾਰੇ ਨੌਲੇਜ ਹੋ ਜਾਵੇਗੀ, ਉੱਪਰਲਾ ਇੱਕ ਵਾਰੀ ਓਵਰਵਿਊ ਹੋ ਜਾਵੇਗਾ, ਫਿਰ ਤੁਸੀਂ ਚਾਹੇ ਵੱਡੀ ਤੋਂ ਵੱਡੀ UPSC PCSE ਲੈਵਲ ਦੀ
ਤੁਸੀਂ ਬੁੱਕਸ ਨੂੰ ਵੀ ਰੀਡ ਕਰ ਸਕਦੇ ਹੋ। ਠੀਕ ਹੈ ਜੀ। ਸੋ ਇਸੇ ਕਰਕੇ ਕਦੇ ਵੀ ਅਣਜਾਣ ਪੁਣੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਬੁੱਕਸ ਨਹੀਂ ਖਰੀਦਣੀਆਂ, ਸਭ ਤੋਂ ਪਹਿਲਾਂ ਉਸ ਚੀਜ਼ ਬਾਰੇ ਜਾਣਨਾ ਹੈ। ਸੋ ਇਹ ਸਬਜੈਕਟਸ ਸਾਰੇ ਹੀ ਮਤਲਬ ਕਹਿਣ ਦਾ ਭਾਵ ਇੰਡੀਅਨ ਲੈਵਲ ਤੇ ਪੰਜਾਬ ਲੈਵਲ ਦੇ ਐਗਜ਼ਾਮ ਦੇ ਵਿੱਚ ਆਉਂਦੇ ਆ। ਸੋ ਮੈਂ ਸਾਰੀਆਂ ਬੁੱਕਸ ਇੱਕ ਵਾਰ ਕਵਰ ਕਰ ਦਿੱਤੀਆਂ। ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਵੀਡੀਓ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਸਾਰੇ ਹੀ ਭੈਣ ਭਰਾਵਾਂ ਤੱਕ, ਤਾਂ ਕਿ ਇਹ ਜਾਣਕਾਰੀ ਪਹੁੰਚ ਸਕੇ। ਕਿਉਂਕਿ ਕਾਫੀ ਭੈਣ ਭਰਾ ਇਸ ਚੀਜ਼ ਨੂੰ ਲੈ ਕੇ ਅਣਜਾਣ ਨੇ ਤੇ ਉਹ ਕਹਿੰਦੇ ਭਾਵ YouTube ਚੈਨਲ ਤੇ ਪੜ੍ਹਦੇ ਰਹਿ ਜਾਂਦੇ ਨੇ, ਜਿਸ ਕਰਕੇ ਉਹ ਕਰੈਕ ਵੀ ਨਹੀਂ ਕਰ ਪਾਉਂਦੇ। ਇਹ ਬੁੱਕਸ ਲੈਣਾ ਬਹੁਤ ਫਾਇਦੇਮੰਦ ਹੈ ਤੁਹਾਡੇ ਲਈ। ਜੇ ਅਗਰ ਨਹੀਂ ਲੈ ਸਕਦੇ ਤਾਂ ਹੌਲੀ ਹੌਲੀ ਪੈਸੇ ਜੋੜ ਕੇ ਮੇਨ ਸਬਜੈਕਟਸ ਦੀਆਂ ਬੁੱਕ ਖਰੀਦ ਲਵੋ। ਬਾਕੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜੈ ਹਿੰਦ।